Welcome to my YouTube channel. Myself, Dr. Keshraman Patyar. Now we are going to discuss leukopoiesis. Leukopoiesis is made up of two words, leuko plus poiesis. So leuko means leukocytes or WBCs. Poiesis means to synthesize, to make, to generate. So leukopoiesis is the process of synthesis and development of white blood cells in human body, or process of synthesis and development of leukocytes in human body. ਸੋ ਲਿਊਕੋਪੋਇਸਿਸ ਦਾ ਉਹ ਪ੍ਰਕਿਰਿਆ ਜਿਸ ਦੇ ਨਾਲ ਹਿਊਮਨ ਬੋਡੀ ਦੇ ਵਿੱਚ WBCs ਜਾਂ ਲਿਊਕੋਸਾਈਟਸ ਦੀ ਸਿੰਥਸਿਸ ਤੇ ਡਿਵੈਲਪਮੈਂਟ ਹੁੰਦੀ ਹੈ, ਜਾਂ ਉਹਨਾਂ ਦੀ ਸਿੰਥਸਿਸ ਤੇ ਡਿਵੈਲਪਮੈਂਟ ਵਾਸਤੇ ਜਿਹੜੇ ਗਰੋਥ ਫੈਕਟਰਸ ਦੀ ਲੋੜ ਹੈ, ਉਸ ਨੂੰ ਅਸੀਂ ਪ੍ਰਕਿਰਿਆ ਨੂੰ ਅਸੀਂ ਸਾਰੀ ਨੂੰ ਆਪਾਂ ਲਿਊਕੋਪੋਇਸਿਸ ਕਵਾਂਗੇ। ਸੋ ਇਸ ਡਾਇਗਰਾਮ ਤੋਂ ਕਲੀਅਰ ਹੈ ਕਿ ਪਲੂਰੀਪੋਟੈਂਟ ਸਟੈਮ ਸੈਲਸ ਦੀ ਫਰਦਰ ਡਿਫਰੈਂਸ਼ੀਏਸ਼ਨ ਹੋ ਜਾਂਦੀ ਆ ਮਾਈਲਰ ਸਟੈਮ ਸੈਲਸ ਅਤੇ ਲਿੰਫੋਇਡ ਸਟੈਮ ਸੈਲਸ ਤੋਂ। ਸੋ ਇਹਦੇ ਵਿੱਚ ਆਪਾਂ ਸਾਰੇ WBCs, ਚਾਹੇ ਉਹ ਗ੍ਰੈਨੂਲੋਸਾਈਟਸ ਆ ਚਾਹੇ ਇਹ ਗ੍ਰੈਨੂਲੋਸਾਈਟਸ ਆ, ਉਹਨਾਂ ਦੀ ਸਿੰਥਸਿਸ ਅਤੇ ਉਹਨਾਂ ਦੀ ਡਿਵੈਲਪਮੈਂਟ ਬਾਰੇ ਪੜ੍ਹਾਂਗੇ। So leukopoiesis, it is a production and development of the white blood cells in the bone marrow. 5 types of WBCs are found in peripheral blood. 3 neutrophil, eosinophil, basophil of these contain granules in their cytoplasm. And are called granulocytes. Other two types of cells are monocytes and lymphocytes, which are known as granulocytes because these cells do not contain granules in their cytoplasm. The formation of granulocytes take place in bone marrow, and this series is known as myeloid series. The formation of lymphocyte take place in reticuloendothelial system, and it is known as lymphoid series. So leukopoiesis ਕੀ ਆ ਉਹ ਪ੍ਰਕਿਰਿਆ ਜਿਹਦੇ ਵਿੱਚ ਅਸੀਂ ਪੜ੍ਹਾਂਗੇ ਕਿ ਉਹਨਾਂ ਦੀ ਪ੍ਰੋਡਕਸ਼ਨ ਕਿੱਦਾਂ ਹੁੰਦੀ ਹੈ ਅਤੇ ਉਹਨਾਂ ਦੀ ਡਿਵੈਲਪਮੈਂਟ ਕਿੱਦਾਂ ਹੁੰਦੀ ਹੈ ਬੋਨ ਮੈਰੋ ਦੇ ਵਿੱਚ। 5 ਤਰ੍ਹਾਂ ਦੇ ਬਲੱਡ ਸਰਕੂਲੇਸ਼ਨ ਦੇ ਵਿੱਚ WBCs ਪਾਏ ਜਾਂਦੇ ਆ। ਉਹਨਾਂ ਵਿੱਚੋਂ 3 ਜਿਹੜੇ ਹੈਗੇ ਆ ਉਹਨਾਂ ਦੇ ਨਾਮ ਦੇ ਪਿੱਛੇ ਫਿਲਸ ਲੱਗਦਾ ਇਹਦਾ ਮਤਲਬ ਉਹਨਾਂ ਦੇ ਸਾਈਟੋਪਲਾਜ਼ਮ ਦੇ ਵਿੱਚ ਗ੍ਰੈਨੂਲਸ ਦਾਣੇਦਾਰ ਨਵਾਂ ਸਟਰਕਚਰ ਪ੍ਰੈਜੈਂਟ ਹੈ। ਅਤੇ 3 ਜਿਹੜੇ ਇਹਨਾਂ ਦੇ ਨਾਮ ਹੈ ਨਿਊਟਰੋਫਿਲ, ਈਓਜ਼ੀਨੋਫਿਲ ਅਤੇ ਬੇਸੋਫਿਲ। ਅਤੇ 2 ਇਹ ਗ੍ਰੈਨੂਲੋਸਾਈਟਸ ਹੈ ਕਿਉਂਕਿ ਇਹਨਾਂ ਦੇ ਸਾਈਟੋਪਲਾਜ਼ਮ ਵਿੱਚ ਗ੍ਰੈਨੂਲਸ ਨਹੀਂ ਪ੍ਰੈਜੈਂਟ ਹੁੰਦੇ। ਸੋ ਜਿਹੜੇ ਗ੍ਰੈਨੂਲੋਸਾਈਟਸ ਹੈ ਇਹਨਾਂ ਦੀ ਮੇਨ ਸਿੰਥਸਿਸ ਜਿਹੜੀ ਹੈ ਬੋਨ ਮੈਰੋ ਦੇ ਵਿੱਚ ਹੁੰਦੀ ਹੈ, ਅਤੇ ਜਿਸ ਸੀਰੀਜ਼ ਜਾਂ ਜਿਸ ਸਟੈਮ ਸੈਲ ਸੈਕੰਡਰੀ ਸਟੈਮ ਸੈਲ ਤੋਂ ਡਿਵੈਲਪ ਹੁੰਦੇ ਆ ਉਹਨੂੰ ਮਾਈਲੋਇਡ ਸਟੈਮ ਸੈਲਸ ਕਹਿੰਦੇ ਆ, ਇਸ ਕਰਕੇ ਉਹਨੂੰ ਮਾਈਲੋਇਡ ਸੀਰੀਜ਼ ਵੀ ਕਹਿੰਦੇ ਆ। ਅਤੇ ਜਿਹੜੇ ਲਿੰਫਾਇਡ ਸੀਰੀਜ਼ ਵਾਲੇ ਸੈੱਲ ਹੈ ਉਹਨਾਂ ਤੋਂ ਸਾਡੇ ਕੋਲ ਲਿੰਫੋਸਾਈਟਸ ਦੀ ਪ੍ਰੋਡਕਸ਼ਨ ਹੁੰਦੀ ਹੈ, ਅਤੇ ਇਹਨਾਂ ਦੀ ਮੇਨ ਜਿਹੜੀ ਸਾਈਟ ਹੈਗੀ ਆ ਰੈਟੀਕੂਲੋ ਐਂਡੋਥੀਲੀਅਲ ਸਿਸਟਮ ਹੈ, ਜਿਹਦੇ ਵਿੱਚ ਕੀ ਆ ਬੋਨ ਮੈਰੋ ਵੀ ਇਨਵੋਲਡ ਹੈ, ਸਪਲੀਨ ਇਨਵੋਲਡ ਹੈ, ਲਿਵਰ ਹੈ, ਗਾਲਟ ਜਿਹਨੂੰ ਗਟ ਐਸੋਸੀਏਟਡ ਲਿੰਫੋਇਡ ਟਿਸ਼ੂ ਵੀ ਕਹਿੰਦੇ ਆ, ਅਤੇ ਲਿੰਫੋਇਡ ਔਰਗਨਸ ਉਹ ਸਾਰੇ ਇਨਵੋਲਡ ਹੈ। ਸੋ ਲਿੰਫੋਸਾਈਟਸ ਦੀ ਫਾਰਮੇਸ਼ਨ ਜਿਹੜੀ ਹੈ ਰੈਟੀਕੂਲੋ ਐਂਡੋਥੀਲੀਅਲ ਸਿਸਟਮ ਦੇ ਵਿੱਚ ਹੁੰਦੀ ਹੈ, ਅਤੇ ਗ੍ਰੈਨੂਲੋਸਾਈਟ ਸੈਲਸ ਦੀ ਜਿਹੜੀ ਸਿੰਥਸਿਸ ਹੈ ਉਹ ਬੋਨ ਮੈਰੋ ਦੇ ਵਿੱਚ ਹੁੰਦੀ ਹੈ। ਸੋ ਪਹਿਲਾਂ ਅਸੀਂ ਡਿਸਕਸ ਕਰਾਂਗੇ ਗ੍ਰੈਨੂਲੋਸਾਈਟ ਸੀਰੀਜ਼, ਜਿਹਨੂੰ ਆਪਾਂ ਮਾਈਲੋਇਡ ਸੀਰੀਜ਼ ਵੀ ਕਹਿੰਦੇ ਹਾਂ। ਇਹਦੀਆਂ ਵੱਖ-ਵੱਖ ਸਟੇਜਾਂ। ਦ ਡਿਵੈਲਪਮੈਂਟ ਆਫ ਗ੍ਰੈਨੂਲੋਸਾਈਟ ਟੇਕ ਪਲੇਸ ਇਨ 7 ਸਟੈਪ। ਇਹਦੀਆਂ 7 ਸਟੇਜਿਸ ਹੈਗੀਆਂ। ਪਹਿਲੀ ਸਟੇਜ ਹੈ ਪਲੂਰੀਪੋਟੈਂਟ ਸਟੈਮ ਸੈਲ। ਸਾਈਜ਼ ਆਫ ਦਿਸ ਸੈਲ is usually 25 to 40 micrometer, having irregular margins with a blunt protoplasmic projection. Nucleus is round, large and purple in color. Color of the cytoplasm is blue without granules. So ਪਹਿਲੀ ਸਟੇਜ ਜਿਹੜੀ ਹੈ ਉਹ ਪਲੂਰੀਪੋਟੈਂਟ ਸਟੈਮ ਸੈੱਲ ਹੈ। ਸੋ ਇਹਦਾ ਜਿਹੜਾ ਡਾਇਮੀਟਰ 25 ਤੋਂ 40 ਮਾਈਕਰੋਮੀਟਰ ਹੈ, ਅਤੇ ਜਿਹੜੇ ਮਾਰਜਨਸ ਹੈ ਸੈਲਸ ਦੇ ਉਹ ਪ੍ਰੋਜੈਕਸ਼ਨਸ ਹੁੰਦੀਆਂ ਕੰਢੇ, ਪਰ ਉਹ ਬਲੰਟ ਹੈ, ਖੁੰਡੇ ਪ੍ਰੋਟੋਪਲਾਜ਼ਮਿਕ ਪ੍ਰੋਜੈਕਸ਼ਨ ਹੈ। ਨਿਊਕਲੀਅਸ ਜਿਹੜਾ ਰਾਊਂਡ ਹੋਏਗਾ, ਲਾਰਜ ਹੁੰਦਾ, ਅਤੇ ਜਾਮਣੀ ਪਰਪਲ ਕਲਰ ਦਾ ਹੋਏਗਾ। ਸਾਈਟੋਪਲਾਜ਼ਮ ਕਲਰ ਆਫ ਦਾ ਸਾਈਟੋਪਲਾਜ਼ਮ ਨਿਊਕਲੀਅਸ ਦਾ ਆਲੇ ਦੁਆਲੇ ਦਾ ਏਰੀਆ ਜਿਹੜਾ ਹੈਗਾ ਉਹਨੂੰ ਸਾਈਟੋਪਲਾਜ਼ਮ ਕਹਿੰਦੇ ਆ, ਉਹ ਨੀਲੇ ਰੰਗ ਦਾ ਹੋਏਗਾ, ਬਟ ਇਹਦੇ 'ਚ ਕੀ ਹੈ ਗ੍ਰੈਨੂਲਸ ਪ੍ਰੈਜੈਂਟ ਨਹੀਂ ਹੁੰਦੇ ਪਹਿਲੀ ਸਟੇਜ ਦੇ ਵਿੱਚ। ਸੈਕੰਡ ਸਟੇਜ ਇਜ਼ ਦਾ ਮਾਈਲੋਬਲਾਸਟ। Size of the cell is 10 to 18 micrometer. Nucleus is round, slightly ovoid. It occupies most of the cell. Cytoplasm is very thin. So second stage ਦੇ ਵਿੱਚ ਕੀ ਆ, ਸੈੱਲ ਸਾਈਜ਼ ਜਿਹੜਾ 10 ਤੋਂ 18 ਮਾਈਕਰੋਮੀਟਰ ਹੋ ਗਿਆ। ਨਿਊਕਲੀਅਸ ਗੋਲ ਜਾਂ ਅੰਡਾਕਾਰ ਹੋਏਗਾ, ਓਵਾਇਡ ਸ਼ੇਪ, ਅਤੇ
ਇਹ ਪੂਰੇ ਸੈਲਸ ਦੇ ਸਾਈਟੋਪਲਾਜ਼ਮ ਦੇ ਵਿੱਚ ਫੈਲਿਆ ਹੁੰਦਾ ਅਤੇ ਸਾਈਟੋਪਲਾਜ਼ਮ ਦੇਖਣ ਨੂੰ ਬਹੁਤ ਜ਼ਿਆਦਾ ਪਤਲਾ ਜਿਹਾ ਨਜ਼ਰ ਆਉਂਦਾ। ਥਰਡ ਸਟੇਜ ਦਾ ਪ੍ਰੋ ਮਾਈਲਿਓਸਾਈਟ, ਸਾਈਜ਼ ਆਫ ਦਾ ਸੈਲ ਇਜ਼ 12 to 20 ਮਾਈਕਰੋਮੀਟਰ, nucleus shape of the cell is round and oval, nucleus is large of cytoplasm and is light purple with dark blue granules। ਸੋ ਇਹਦੇ ਵਿੱਚ ਸਾਈਜ਼ ਕੀ ਆ 12 ਤੋਂ 20 ਮਾਈਕਰੋਮੀਟਰ ਹੋ ਜਾਂਦਾ ਅਤੇ ਜਿਹੜਾ ਇਹਦੀ ਸ਼ੇਪ ਜਿਹੜੀ ਹੈ ਸੈੱਲ ਦੀ ਗੋਲ ਜਾਂ ਅੰਡਾਕਾਰ ਹੈਗੀ। ਨਿਊਕਲੀਅਸ ਜਿਹੜਾ ਹੈਗਾ ਆ ਉਹਦਾ ਰੰਗ ਜਿਹੜਾ ਲਾਈਟ ਪਰਪਲ ਕਲਰ ਹੋ ਜਾਂਦਾ ਅਤੇ ਇਸ ਸਟੇਜ ਦੇ ਵਿੱਚ ਕੀ ਆ ਹਲਕੇ ਹਲਕੇ ਗਰਨਿਊਲਸ ਦਾਣੇਦਾਰ ਨਵਾਂ ਸਟਰਕਚਰ ਸਾਈਟੋਪਲਾਜ਼ਮ ਦੇ ਵਿੱਚ ਦਿਖਣੇ ਨਜ਼ਰ ਆਉਣੇ ਸ਼ੁਰੂ ਹੋ ਜਾਂਦੇ ਆ। ਨਾ ਫੋਰਥ ਸਟੇਜ ਇਜ਼ ਦਾ ਮਾਈਲੋਸਾਈਟ, ਸਾਈਜ਼ ਆਫ ਦਾ ਸੈਲ ਇਜ਼ ਦਾ 12 to 18 ਮਾਈਕਰੋਮੀਟਰ, ਇਟ ਇਜ਼ ਰਾਊਂਡ ਔਰ ਓਵਲ ਇਨ ਸ਼ੇਪ, ਸਾਈਟੋਪਲਾਜ਼ਮ ਇਜ਼ ਬਲੂਇਸ਼ ਪਿੰਕਿਸ਼ ਐਂਡ ਸਮਾਲਰ ਦੈਨ ਦਾ ਪ੍ਰੋ ਮਾਈਲੋਸਾਈਟ। ਸੋ ਇਹਦਾ ਸਾਈਜ਼ 12 ਤੋਂ 18 ਮਾਈਕਰੋਮੀਟਰ ਹੋ ਜਾਂਦਾ। ਸੈੱਲ ਦਾ ਸ਼ੇਪ ਅਗੇਨ ਅੰਡਾਕਾਰ ਜਾਂ ਗੋਲਾਕਾਰ ਹੋ ਜਾਏਗਾ। ਜਿਹੜਾ ਸਾਈਟੋਪਲਾਜ਼ਮ ਆ ਉਹ ਹਲਕਾ ਜਿਹਾ ਨੀਲਾ ਜਾਂ ਪਿੰਕਿਸ਼ ਕਲਰ ਨਜ਼ਰ ਆਉਂਦਾ ਅਤੇ ਸਾਈਟੋਪਲਾਜ਼ਮ ਜਿਹੜਾ ਵੋਲੀਅਮ ਆ ਪ੍ਰੋਮਾਈਲੋਸਾਈਟਸ ਨਾਲੋਂ ਜ਼ਿਆਦਾ ਘੱਟ ਹੋਏਗਾ। ਨੈਕਸਟ ਸਟੇਜ ਇਜ਼ ਦਾ ਮੈਟਾਮਾਈਲੋਸਾਈਟ, ਸੋ ਸਾਈਜ਼ ਆਫ ਦਾ ਸੈਲ ਇਜ਼ 10 to 16 ਮਾਈਕਰੋਮੀਟਰ, ਇਟ ਹੈਜ਼ ਬੈਂਡ ਨਿਊਕਲੀਅਸ, ਸਾਈਟੋਪਲਾਜ਼ਮ granules are present, it can be differentiated from ਮਾਈਲੋਸਾਈਟ by the shape of the nucleus। ਸੋ ਇਹਦੇ ਵਿੱਚ ਕੀ ਆ ਸੈੱਲ ਸਾਈਜ਼ 10 ਤੋਂ 16 ਮਾਈਕਰੋਮੀਟਰ ਹੋ ਜਾਂਦਾ। ਜਿਹੜਾ ਨਿਊਕਲੀਅਸ ਹੈ ਉਹ ਥੋੜ੍ਹਾ ਜਿਹਾ ਉਹਦੇ 'ਚ ਡੁੰਗ ਪੈ ਜਾਂਦਾ, ਮੁੜ ਜਾਂਦਾ, ਬੈਂਡ ਸ਼ੇਪ ਹੋ ਜਾਂਦੀ ਹੈ। ਸੋ ਇਹ ਜਿਹੜਾ ਹੈਗਾ ਨਿਊਕਲੀਅਸ ਦੀ ਸ਼ੇਪ ਜਿਹੜੀ ਹੈ ਬੈਂਡ ਨਿਊਕਲੀਅਸ ਹੈਗਾ ਇਹਨੂੰ ਬਾਕੀ ਪਹਿਲੀਆਂ ਵਾਲੀ ਸਟੇਜਸ ਤੋਂ ਜਿਹੜਾ ਅਲੱਗ ਡਿਫਰੈਂਸ਼ੀਏਟ ਕਰ ਦਿੰਦੀਆਂ। ਅਤੇ ਸਿਕਸਥ ਸਟੇਜ ਜਿਹੜੀ ਹੈਗੀ ਹੈ ਗ੍ਰੈਨੂਲੋਸਾਈਟਸ ਦੀ ਫਾਰਮੇਸ਼ਨ ਦੇ ਵਿੱਚ, ਦੈਟ ਇਜ਼ ਦਾ ਸਟੈਪ ਸੈੱਲ, ਸਾਈਜ਼ ਆਫ ਦਾ ਸੈੱਲ ਜਿਹੜਾ 10 to 16 ਮਾਈਕਰੋਮੀਟਰ ਆ, ਉਹਦੀ ਸ਼ੇਪ ਰਾਊਂਡ ਅਤੇ ਓਵਲ ਹੈ। ਨਿਊਕਲੀਅਸ ਇਜ਼ ਹੋਰਸ ਸ਼ੂ ਸ਼ੇਪ, ਘੋੜੇ ਦੇ ਪੈਰ ਦੇ ਖੁਰ ਵਰਗਾ ਆ, ਖੁਰ ਵਰਗੀ ਜਿਹੜੀ ਸ਼ੇਪ ਹੈ ਉਸ ਤਰ੍ਹਾਂ ਦਾ ਜਿਹੜਾ ਨਿਊਕਲੀਅਸ ਆ ਉਹਦੇ 'ਚ ਉਹਦੀ ਡਿਵੈਲਪਮੈਂਟ ਹੁੰਦੀ ਹੈ ਅਤੇ ਇਹਦੇ 'ਚ ਕੀ ਆ ਗ੍ਰੈਨੂਲਸ ਪ੍ਰੈਜੈਂਟ ਹੁੰਦੇ ਆ। ਸਾਈਟੋਪਲਾਜ਼ਮ ਦਾ ਵੋਲੀਅਮ ਜਿਹੜਾ ਹੈ ਜ਼ਿਆਦਾ ਵੱਧ ਜਾਂਦਾ ਅਤੇ ਜਿਹੜਾ ਕਲਰ ਆ ਸਾਈਟੋਪਲਾਜ਼ਮ ਦਾ ਬਲੂ ਜਾਂ ਲਾਈਟਿਸ਼ ਬਲੂਇਸ਼ ਪਿੰਕਿਸ਼ ਹੋਏਗਾ। ਸੋ ਲਾਸਟ ਸਟੇਜ ਜਿਹੜੀ ਆ ਪੋਲੀਮੋਰਫੋ ਨਿਊਕਲੀਅਰ ਗ੍ਰੈਨੂਲੋਸਾਈਟਸ ਉਹਨੂੰ ਕਹਿੰਦੇ ਆ। ਸਾਈਜ਼ ਆਫ ਦਾ ਸੈਲ ਇਜ਼ 10 to 15 ਮਾਈਕਰੋਮੀਟਰ, ਨਿਊਕਲੀਅਸ ਇਜ਼ ਬਾਈਲੋਬਡ, ਸਾਈਟੋਪਲਾਜ਼ਮ ਇਜ਼ ਪਿੰਕ ਟੂ ਬਲੂ ਇਨ ਕਲਰ, ਗ੍ਰੈਨੂਲਸ ਆਰ ਆਲਸੋ ਪ੍ਰੈਜੈਂਟ। ਸੋ ਇਸ ਸਟੇਜ ਦੇ ਵਿੱਚ ਸੈੱਲ ਦਾ ਸਾਈਜ਼ 10 ਤੋਂ 15 ਮਾਈਕਰੋਮੀਟਰ ਹੋ ਜਾਂਦਾ। ਨਿਊਕਲੀਅਸ ਦੀਆਂ 2 ਲੋਬਸ ਪ੍ਰੈਜੈਂਟ ਹੈ ਅਤੇ ਜਿਹੜਾ ਸਾਈਟੋਪਲਾਜ਼ਮ ਹੈ ਉਹ ਪਿੰਕ ਜਾਂ ਪਿੰਕਿਸ਼ ਬਲੂ ਕਲਰ ਦਾ ਨਜ਼ਰ ਆਉਂਦਾ। ਇਹਦੇ ਵਿੱਚ ਕੀ ਹੈ ਗ੍ਰੈਨੂਲ ਸਾਫ਼ ਤੌਰ 'ਤੇ ਨਜ਼ਰ ਆਉਂਦੇ ਆ ਅਤੇ ਪ੍ਰੈਜੈਂਟ ਹੁੰਦੇ ਆ। ਸੋ ਇਸ ਡਾਇਗਰਾਮ ਤੋਂ ਕਲੀਅਰ ਹੋ ਜਾਏਗਾ। ਗ੍ਰੈਨੂਲੋਸਾਈਟ ਸੀਰੀਜ਼ ਸਭ ਤੋਂ ਪਹਿਲਾਂ ਪ੍ਰੋਜਨਰੇਟਰ, ਸੈਕੰਡਰੀ ਸਟੈਮ ਸੈਲ ਦੈਟ ਇਜ਼ ਮਾਈਲੋਬਲਾਸਟ, ਉਸ ਤੋਂ ਬਾਅਦ ਪ੍ਰੋ ਮਾਈਲੋਬਲਾਸਟ, ਉਹ ਫਰਦਰ ਫਿਰ ਮਾਈਲੋਸਾਈਟਸ ਕਨਵਰਟ ਹੋ ਜਾਂਦਾ। ਜੇ ਬੇਸੋਫਿਲ ਸੈੱਲ ਬਣਨਾ ਤਾਂ ਬੇਸੋਫਿਲਿਕ ਮਾਈਲੋਸਾਈਟ, ਜੇ ਈਓਸਿਨ ਸੈੱਲ ਬਣਨਾ ਤਾਂ ਈਓਸਿਨੋਫਿਲਿਕ, ਨਿਊਟ੍ਰੋਫਿਲ ਬਣਨਾ ਤਾਂ ਨਿਊਟ੍ਰੋਫਿਲਿਕ। ਸੋ ਇਸ ਤਰ੍ਹਾਂ ਅਲੱਗ-ਅਲੱਗ ਡਿਵੈਲਪਿੰਗ ਸਟੇਜ ਦੇ ਵਿੱਚ ਕੀ ਗ੍ਰੈਨੂਲਸ ਨਜ਼ਰ ਆਉਂਦੇ ਆ ਅਤੇ ਡਿਫਰੈਂਟ ਤਰ੍ਹਾਂ ਦਾ ਨਿਊਕਲੀਅਸ ਪ੍ਰੈਜੈਂਟ ਆਉਂਦਾ, ਲੋਬਡ ਨਿਊਕਲੀਅਸ। ਸੋ ਇਹ ਗ੍ਰੈਨੂਲੋਸਾਈਟਸ ਇਸ ਤਰ੍ਹਾਂ ਇਸ ਸੀਰੀਜ਼ ਤੋਂ ਮਾਈਲੋਇਡ ਸੀਰੀਜ਼ ਤੋਂ ਬਣਦੇ ਆ। ਸੋ ਫਸਟ ਆਫ ਆਲ ਬੋਨ ਮੈਰੋ ਦੇ ਵਿੱਚ ਮਲਟੀਪੋਟੈਂਟ ਜਾਂ ਮੈਟੋਪੈਟਿਕ ਸਟੈਮ ਸੈਲਸ ਤੋਂ ਕਾਮਨ ਮਾਈਲੋਇਡ ਪ੍ਰੋਜੀਨੇਟਰ ਸੈਲਸ ਜਾਂ ਮਾਈਲੋਇਡ ਸਟੈਮ ਸੈਲ, ਮਾਈਲੋਇਡ ਸਟੈਮ ਸੈਲ ਤੋਂ ਮਾਈਲੋਬਲਾਸਟ, ਮਾਈਲੋਬਲਾਸਟ ਤੋਂ ਫਰਦਰ ਫਿਰ ਬੇਸੋਫਿਲ, ਨਿਊਟ੍ਰੋਫਿਲ ਅਤੇ ਈਓਜ਼ਿਨ ਫਿਲਸ ਬਣਦੇ ਆ। ਸੋ ਇਸ ਨਾਲ ਸਾਡੀ ਗ੍ਰੈਨੂਲੋਪੋਇਸਿਸ ਜਿਹੜੀ ਬ੍ਰਾਂਚ ਹੈ ਹੈਮਾਟੋਪੋਇਸਿਸ ਦੀ ਉਹ ਕਵਰ ਹੋ ਜਾਂਦੀ ਹੈ। ਨੈਕਸਟ ਇਜ਼ ਦਾ ਡਿਵੈਲਪਮੈਂਟ ਆਫ ਦਾ ਲਿੰਫੋਸਾਈਟ ਸੀਰੀਜ਼। ਲਿੰਫੋਸਾਈਟ ਸੀਰੀਜ਼ ਜਿੱਥੋਂ ਸਾਨੂੰ ਲਿੰਫੋਸਾਈਟਸ ਮਿਲਣਗੇ। ਸੋ ਦਾ ਸਟੇਜ ਇਨ ਦਾ ਡਿਵੈਲਪਮੈਂਟ ਆਫ ਲਿੰਫੋਸਿਟਿਕ ਸੀਰੀਜ਼ ਆਰ ਲਿੰਫੋਬਲਾਸਟ, ਪ੍ਰੋ ਲਿੰਫੋਸਾਈਟਸ ਐਂਡ ਲਿੰਫੋਸਾਈਟਸ। ਸੋ ਇਹਦੇ ਵਿੱਚ ਮੇਨਲੀ 3 ਸਾਈਟਸ ਡਿਵੈਲਪਮੈਂਟ ਸਟੇਜਸ ਹੈਗੀਆਂ, ਲਿੰਫੋਬਲਾਸਟ, ਪ੍ਰੋ ਲਿੰਫੋਸਾਈਟ ਅਤੇ ਲਿੰਫੋਸਾਈਟਸ। these cells are fragile and show shape variation। ਸੋ ਇਹ ਸੈੱਲ ਬਹੁਤ ਜ਼ਿਆਦਾ ਨਾਜ਼ੁਕ ਅਤੇ ਕੱਚੇ ਹੁੰਦੇ ਆ ਅਤੇ ਇਹਨਾਂ ਦੀ ਸ਼ੇਪ ਜਿਹੜੀ ਹੈ ਕੋਈ ਪਰਟੀਕੂਲਰ ਨਹੀਂ ਹੁੰਦੀ, ਉਹਦੇ ਸਾਨੂੰ ਅਲੱਗ-ਅਲੱਗ ਵੇਰੀਏਸ਼ਨਸ ਦਿਖ ਸਕਦੀਆਂ। ਲਿੰਫੋਸਾਈਟ ਯੂਜ਼ਲੀ ਹੈਵ ਰਾਊਂਡ ਕੰਟਿਊਰਸ, ਬਲੂ ਸਾਈਟੋਪਲਾਜ਼ਮ ਐਂਡ ਈਸੈਂਟਰਿਕ ਲੋਕੇਟਡ ਰਾਊਂਡ ਨਿਊਕਲੀਅਸ। ਸੋ ਲਿੰਫੋਸਾਈਟਸ ਦਾ ਜਿਹੜਾ ਰਾਊਂਡ ਕੰਟਿਊਰ ਮਤਲਬ ਆਊਟਲਾਈਨ ਬਾਹਰੀ ਬਣਤਰ ਜਿਹੜੀ ਆ ਗੋਲਾਕਾਰੀ ਨਜ਼ਰ ਆਉਂਦੀ ਹੈ ਅਤੇ ਇਹਦਾ ਸਾਈਟੋਪਲਾਜ਼ਮ ਹਲਕਾ ਜਿਹਾ ਨੀਲੇ ਰੰਗ ਦਾ ਹੋਏਗਾ ਅਤੇ ਜਿਹੜਾ ਨਿਊਕਲੀਅਸ ਪ੍ਰੈਜੈਂਟ ਹੈ ਉਹ ਗੋਲ ਹੋਏਗਾ ਬਟ ਈਸੈਂਟਰਿਕ ਮਤਲਬ ਸੈਂਟਰਿਕ ਮੀਨਸ ਸੈਂਟਰ ਦੇ ਵਿਚਾਲੇ, ਬਟ ਈਸੈਂਟਰਿਕ ਮਤਲਬ ਸੈਂਟਰ ਤੋਂ ਹਟ ਕੇ ਵਾਲਾ ਨਿਊਕਲੀਅਸ ਹੋਏਗਾ। ਉਹਦੀ ਪੋਜੀਸ਼ਨ ਜਿਹੜੀ ਹੈ ਸੈਂਟਰ 'ਚ ਨਾ ਹੋ ਕੇ ਸਾਈਡ 'ਤੇ ਹੋਏਗੀ। Cells in this series are differentiated on the ground basis of the nuclear chromatin। ਸੋ ਇਹਨਾਂ ਨੂੰ ਨਿਊਕਲੀਅਸ ਦੇ ਅੰਦਰ ਕ੍ਰੋਮੈਟਿਨ ਮਟੀਰੀਅਲ ਕਿੰਨਾ ਪ੍ਰੈਜੈਂਟ ਆ ਉਹਦੇ ਆਧਾਰ 'ਤੇ ਹੀ ਆ ਵੰਡਿਆ ਜਾ ਸਕਦਾ। ਸੋ ਅਗੇਨ ਮੇਨ ਹੈਮੈਟੋਪੈਟਿਕ ਸਟੈਮ ਸੈੱਲ ਤੋਂ ਜਿਹੜਾ ਲਿੰਫੋਇਡ ਸੈੱਲ ਬਣ ਗਿਆ, ਲਿੰਫੋਇਡ ਸੈੱਲ ਤੋਂ ਲਿੰਫੋਬਲਾਸਟ ਤੋਂ ਪ੍ਰੋ ਲਿੰਫੋਸਾਈਟ ਤੋਂ ਬਾਅਦ ਫਿਰ ਫਰਦਰ ਐਕਟਿਵ ਲਿੰਫੋਸਾਈਟਸ ਬਣ ਜਾਂਦੇ ਆ। So discussing first stage of the lymphoid series,
ਪਹਿਲੀ ਸਟੇਜ ਬਣਦੀ ਹੈ ਲਿੰਫੋਬਲਾਸਟ. ਇਟ ਇਜ਼ present in bone marrow but in very small number. It is 10 to 18 in diameter. Nucleus is round and oval in shape, occupies most of the cell. Nucleus is prominent with the nucleus cytoplasmic ratio 6:1. Color of the cytoplasm is deep blue. ਸੋ ਪਹਿਲੀ ਸਟੇਜ ਦੇ ਵਿੱਚ ਕੀ ਹੈ ਜਿਹੜੀ ਕਿ ਬੋਨ ਮੈਰੋ ਦੇ ਅੰਦਰ ਪ੍ਰੈਜ਼ੈਂਟ ਹੈ, ਪਰ ਇਹਦਾ ਕਾਊਂਟ ਬੋਨ ਮੈਰੋ ਦੇ ਵਿੱਚ ਬਹੁਤ ਜ਼ਿਆਦਾ ਘੱਟ ਹੁੰਦਾ ਅਤੇ ਇਹਦਾ ਡਾਇਮੀਟਰ 10 ਤੋਂ 18 ਮਾਈਕਰੋਮੀਟਰ ਹੈ. ਨਿਊਕਲੀਅਸ ਦਾ ਅਗੇਨ ਗੋਲ ਜਾਂ ਅੰਡਾਕਾਰ ਨਜ਼ਰ ਆਉਂਦਾ ਅਤੇ ਇਹਨੇ ਮੋਸਟ ਸਾਰੇ ਸੈਲਸ ਦਾ ਮੈਕਸੀਮਮ ਏਰੀਆ ਕਵਰ ਕੀਤਾ ਹੁੰਦਾ. ਸੋ ਨਿਊਕਲੀਅਸ ਜਿਹੜਾ ਮੇਨ ਜਿਹਦੇ ਵਿੱਚ ਜੈਨੇਟਿਕ ਮਟੀਰੀਅਲ ਪ੍ਰੈਜ਼ੈਂਟ ਆ ਉਹ ਜ਼ਿਆਦਾ ਵੱਡਾ ਨਜ਼ਰ ਆਉਂਦਾ ਅਤੇ ਉਹਦੀ ਤਾਦਾਦ, ਉਹਦਾ ਵੋਲੀਅਮ ਜ਼ਿਆਦਾ ਹੈ ਅਤੇ ਸਾਈਟੋਪਲਾਜ਼ਮ ਜਿਹੜਾ ਉਹਦੀ ਤਾਦਾਦ ਘੱਟ ਹੁੰਦੀ ਹੈ. ਜੇ ਆਪਾਂ ਇਹਨੂੰ ਰੇਸ਼ੋ 'ਚ ਕਨਵਰਟ ਕਰੀਏ ਤਾਂ ਸੈੱਲ ਦੇ 6ਵੇਂ ਹਿੱਸੇ ਦੇ ਵਿੱਚ ਨਿਊਕਲੀਅਸ ਫੈਲਿਆ ਹੋਇਆ ਅਤੇ ਇੱਕ ਹਿੱਸਾ ਜਿਹੜਾ ਹੈਗਾ ਉਹ ਸਾਈਟੋਪਲਾਜ਼ਮ ਹੈ ਅਤੇ ਸਾਈਟੋਪਲਾਜ਼ਮ ਦਾ ਕਲਰ ਕੀ ਹੈ, ਗੂੜਾ ਨੀਲੇ ਰੰਗ ਦਾ ਹੁੰਦਾ. ਨੈਕਸਟ ਸਟੇਜ ਜਿਹੜੀ ਹੈ ਲਿੰਫੋਸਾਈਟ ਡਿਵੈਲਪਮੈਂਟ ਦੇ ਵਿੱਚ, ਦੈਟ ਇਜ਼ ਪ੍ਰੋ ਲਿੰਫੋਸਾਈਟ. ਸਾਈਜ਼ ਆਫ ਦਾ ਸੈਲ ਇਜ਼ 10 to 18 ਮਾਈਕਰੋਮੀਟਰ ਇਨ ਡਾਇਮੀਟਰ. ਨਿਊਕਲੀਅਸ ਇਜ਼ ਓਵਲ ਇਨ ਸ਼ੇਪ. ਕਲਰ ਆਫ ਦਾ ਸਾਈਟੋਪਲਾਜ਼ਮ ਵੇਰੀਜ਼ ਫਰੋਮ ਲਾਈਟ ਟੂ ਡੀਪ ਬਲੂ. ਨਿਊਕਲੀਅਸ ਸਾਈਟੋਪਲਾਜ਼ਮ ਰੇਸ਼ੋ ਇਜ਼ 5:1. ਸੋ ਸਾਈਜ਼ ਇਹਦਾ ਜਿਹੜਾ ਹੈਗਾ ਤਕਰੀਬਨ ਸੇਮ ਹੀ ਰਹਿੰਦਾ, 10 ਤੋਂ 18 ਮਾਈਕਰੋਮੀਟਰ ਇਨ ਡਾਇਮੀਟਰ. ਨਿਊਕਲੀਅਸ ਵੀ ਅਗੇਨ ਓਵਲ ਸ਼ੇਪ ਹੈ. ਸਾਈਟੋਪਲਾਜ਼ਮ ਦਾ ਕਲਰ ਹੈ ਜਿਹੜਾ ਉਹ ਲਾਈਟ ਤੋਂ ਡੀਪ ਬਲੂ ਕਲਰ ਨਿਊਕਲੀਅਸ ਜਿਹੜਾ ਉਹਦਾ ਹੋਣਾ ਸ਼ੁਰੂ ਹੋ ਜਾਂਦਾ ਅਤੇ ਇਹਦੇ ਵਿੱਚ ਨਿਊਕਲਿਕ ਸਾਈਟੋਪਲਾਜ਼ਮਿਕ ਰੇਸ਼ੋ 6.1 ਤੋਂ ਘੱਟ ਕੇ 5.1 ਰਹਿ ਜਾਂਦੀ ਹੈ. ਜਿਹੜਾ ਫੁੱਲੀ ਮੈਚੋਰ ਲਿੰਫੋਸਾਈਟ ਹੈ, 2 types of cells are found. One is large lymphocyte, other is a small lymphocyte. ਸੋ ਲਿੰਫੋਸਾਈਟ ਦੋ ਤਰ੍ਹਾਂ ਦਾ ਬਾਡੀ ਦੇ ਵਿੱਚ ਪਾਇਆ ਜਾ ਸਕਦਾ. ਲਾਰਜ ਜਿਹਦਾ ਸਾਈਜ਼ ਵੱਡਾ ਉਹਨੂੰ ਲਾਰਜ ਲਿੰਫੋਸਾਈਟ ਕਹਾਂਗੇ, ਜਿਹਦਾ ਸਾਈਜ਼ ਘੱਟ ਆ ਉਹਨੂੰ ਸਮਾਲ ਲਿੰਫੋਸਾਈਟ ਕਹਾਂਗੇ. ਸਮਾਲ ਲਿੰਫੋਸਾਈਟ ਦਾ ਡਾਇਮੀਟਰ 7 ਤੋਂ 9 ਮਾਈਕਰੋਮੀਟਰ ਆ, ਲਾਰਜ ਦਾ 10 ਤੋਂ 18 ਮਾਈਕਰੋਮੀਟਰ ਹੋ ਸਕਦਾ. ਸੋ ਇਹਦਾ ਨਿਊਕਲੀਅਸ ਵੀ ਗੋਲ ਜਾਂ ਅੰਡਾਕਾਰ ਹੁੰਦਾ ਅਤੇ ਜਿਹੜਾ ਸਾਈਟੋਪਲਾਜ਼ਮ ਹੈਗਾ ਉਹ ਬਲੂ ਕਲਰ ਹੈ. ਸੋ ਗ੍ਰੈਨੂਲਸ ਮੇ ਬੀ ਸੀਨ ਇਨ ਲਾਰਜ ਲਿੰਫੋਸਾਈਟਸ. ਵੈਸੇ ਤਾਂ ਸੈੱਲ ਦਾ ਲਿੰਫੋਸਾਈਟ ਆ, ਸਾਈਟ ਦਾ ਸੈੱਲ ਜਿਹਦਾ ਨਾਮ ਸਾਈਟ ਨਾਲ ਖਤਮ ਹੁੰਦਾ, ਗ੍ਰੈਨੂਲਸ ਨਹੀਂ ਪ੍ਰੈਜ਼ੈਂਟ ਹੁੰਦੇ, ਬਟ ਕਈ ਵਾਰ ਵੱਡੇ ਲਿੰਫੋਸਾਈਟਸ ਦੇ ਵਿੱਚ ਕੀ ਹੈ ਦਾਣੇਦਾਰ ਸਟਰਕਚਰ ਗ੍ਰੈਨੂਲਸ ਜਿਹੜੇ ਆ ਨਜ਼ਰ ਆਉਂਦੇ ਆ. ਸੋ ਨੈਕਸਟ ਇਜ਼ ਦਾ ਡਿਵੈਲਪਮੈਂਟ ਆਫ ਦਾ ਮੋਨੋਸਾਈਟ ਸੀਰੀਜ਼. ਸੋ ਮੋਨੋਸਾਈਟਸ ਬਣਨ ਵਾਸਤੇ ਵੀ ਸਾਡੇ ਕੋਲ 3 ਡਿਵੈਲਪਮੈਂਟ ਸਟੇਜਿਸ ਹੈ. ਪਹਿਲੀ ਡਿਵੈਲਪਮੈਂਟ ਸਟੇਜ ਜਿਹੜੀ ਹੈ ਦੈਟ ਇਜ਼ ਮੋਨੋਬਲਾਸਟ. Monoblast is the first stage of the monocyte maturation. Monoblasts are normally found in bone marrow and do not appear in normal peripheral blood. They mature into monocytes which in turn develop into a macrophages. A monoblast is about 12 to 20 micrometer in diameter. Nucleus is round or oval in shape. Nucleus is eccentric. Cytoplasmic ratio is 4.1 to 3.1. ਕਲਰ ਆਫ ਦਾ ਸਾਈਟੋਪਲਾਜ਼ਮ ਇਜ਼ ਲਾਈਟ ਬਲੂ ਵਿਦਾਊਟ ਗ੍ਰੈਨੂਲਸ. ਸੋ ਜਿਹੜਾ ਮੋਨੋਬਲਾਸਟ ਹੈਗੇ ਆ ਇਹ ਪਹਿਲੀ ਸਟੇਜ ਹੈ ਮੋਨੋਸਾਈਟ ਸੀਰੀਜ਼ ਸੈੱਲ ਦੇ ਮੋਨੋਸਾਈਟ ਬਣਨ ਦੇ ਵਿੱਚ. ਮੋਨੋਸਾਈਟ ਜਨਰਲੀ ਬੋਨ ਮੈਰੋ ਦੇ ਵਿੱਚ ਪਾਏ ਜਾਂਦੇ ਆ ਅਤੇ ਬਲੱਡ ਪੈਰੀਫੇਰਲ ਬਲੱਡ ਦੇ ਵਿੱਚ ਇਹਨਾਂ ਦਾ ਕਾਊਂਟ ਬਹੁਤ ਜ਼ਿਆਦਾ ਘੱਟ ਹੈ ਸਰਕੂਲੇਸ਼ਨ ਦੇ ਵਿੱਚ. ਅਤੇ ਜਦੋਂ ਇਹ ਟਿਸ਼ੂ 'ਚ ਐਂਟਰ ਕਰਦੇ ਆ ਤਾਂ ਇਹ ਮੋਨੋਸਾਈਟਸ ਜਿਹੜੇ ਆ ਉਹ ਕਨਵਰਟ ਹੋ ਜਾਂਦੇ ਆ ਮੈਕਰੋਫੈਜਿਸ ਦੇ ਵਿੱਚ, ਜਿਨ੍ਹਾਂ ਦਾ ਮੇਨ ਕੰਮ ਕੀ ਹੈ ਇਨਫੈਕਸ਼ਨ ਦੇ ਨਾਲ ਲੜਨਾ ਵਿਦ ਦਾ ਹੈਲਪ ਆਫ ਪ੍ਰੋਸੀਜਰ ਨੋਨ ਐਸ ਫੈਗੋਸਾਈਟੋਸਿਸ. ਸੋ ਮੋਨੋਬਲਾਸਟ ਦਾ ਜਿਹੜਾ ਡਾਇਮੀਟਰ ਹੈਗਾ ਸਾਈਜ਼ ਆ 12 ਤੋਂ 20 ਮਾਈਕਰੋਮੀਟਰ ਹੁੰਦਾ ਅਤੇ ਨਿਊਕਲੀਅਸ ਇਹਨਾਂ ਦਾ ਗੋਲ ਜਾਂ ਓਵਲ ਸ਼ੇਪ ਹੋ ਸਕਦਾ. ਜਿਹੜਾ ਨਿਊਕਲੀਅਸ ਆ ਸੈਂਟਰ 'ਚ ਪ੍ਰੈਜ਼ੈਂਟ ਨਾ ਹੋ ਕੇ ਸੈਂਟਰ ਤੋਂ ਹਟਿਆ ਹੁੰਦਾ, ਜਿਹਨੂੰ ਆਪਾਂ ਈਸੈਂਟਰਿਕ ਕਹਿੰਦੇ ਹਾਂ. ਸਾਈਟੋਪਲਾਜ਼ਮਿਕ ਨਿਊਕਲੀਅਸ ਸਾਈਟੋਪਲਾਜ਼ਮਿਕ ਰੇਸ਼ੋ ਜਿਹੜੀ ਆ 4.1 ਤੋਂ ਲੈ ਕੇ 3.1 ਤੱਕ ਹੋ ਸਕਦੀ ਆ. ਮਤਲਬ ਚਾਰ ਹਿੱਸੇ ਸਾਈਟੋਪਲਾਜ਼ਮ ਦੇ, ਇੱਕ ਹਿੱਸਾ ਜਿਹੜਾ ਹੈਗਾ ਨਿਊਕਲੀਅਸ ਦਾ, ਮਤਲਬ ਏਰੀਆ ਵੋਲੀਅਮ ਦੇ ਹਿਸਾਬ ਨਾਲ. ਅਤੇ ਇਹਦੇ ਵਿੱਚ ਕੀ ਆ ਸਾਈਟੋਪਲਾਜ਼ਮ ਬਲੂ ਕਲਰ ਦਾ ਹੋਏਗਾ ਅਤੇ ਲਾਈਟ ਬਲੂ ਕਲਰ ਦਾ, ਅਤੇ ਇਹਦੇ ਵਿੱਚ ਕੋਈ ਗ੍ਰੈਨੂਲਸ ਪ੍ਰੈਜ਼ੈਂਟ ਨਹੀਂ ਹੁੰਦੇ. ਨੈਕਸਟ ਡਿਵੈਲਪਮੈਂਟ ਸਟੇਜ ਮੋਨੋਸਾਈਟ ਸੀਰੀਜ਼ ਦੀ ਇਜ਼ ਦਾ ਪ੍ਰੋਮੋਨੋਸਾਈਟ. ਇਟ ਇਜ਼ ਅ ਸਟੇਜ ਬਿਟਵੀਨ ਦਾ ਮੋਨੋਬਲਾਸਟ ਐਂਡ ਦਾ ਮੋਨੋਸਾਈਟ. ਸਾਈਜ਼ ਆਫ ਦਾ ਸੈਲ ਇਜ਼ 12 to 8 ਮਾਈਕਰੋਮੀਟਰ. ਨਿਊਕਲੀਅਸ ਇਜ਼ ਕਿਡਨੀ ਸ਼ੇਪ. ਕਲਰ ਆਫ ਦਾ ਸਾਈਟੋਪਲਾਜ਼ਮ ਇਜ਼ ਗ੍ਰੇ ਬਲੂ. ਜਿਹੜਾ ਸਾਈਜ਼ ਹੈਗਾ ਉਹ ਤਕਰੀਬਨ ਸੇਮ ਹੀ ਰਹਿੰਦਾ ਅਤੇ ਜਿਹੜਾ ਨਿਊਕਲੀਅਸ ਆ ਉਹ ਕਿਡਨੀ ਸ਼ੇਪ, ਬੀਨ ਸ਼ੇਪ ਜਾਂ ਹੌਰਸ਼ੂ ਸ਼ੇਪ ਹੋ ਜਾਂਦਾ. ਅਤੇ ਇਹਦਾ ਜਿਹੜਾ ਸਾਈਟੋਪਲਾਜ਼ਮ ਦਾ ਕਲਰ ਹੈ ਉਹ ਗ੍ਰੇਇਸ਼ ਬਲੂ ਨਜ਼ਰ ਆਉਂਦਾ ਮਾਈਕਰੋਸਕੋਪ ਦੇ ਨੀਚੇ. ਸੋ ਮੋਨੋਸਾਈਟ ਜਿਹੜਾ ਫੁੱਲੀ ਫਲੈਜਡ ਮੋਨੋਸਾਈਟ ਬਣ ਜਾਂਦਾ. ਦੇ ਆਰ ਦਾ ਲਾਰਜੈਸਟ ਲਿਊਕੋਸਾਈਟ. ਨਿਊਕਲੀਅਸ ਇਜ਼ ਓਵਲ, ਬੀਨ ਸ਼ੇਪਡ ਔਰ ਕਿਡਨੀ ਸ਼ੇਪ. ਸਾਈਜ਼ ਆਫ ਦਾ ਸੈਲ ਇਜ਼ 12 to 16 ਮਾਈਕਰੋਮੀਟਰ. ਕਲਰ ਆਫ ਦਾ ਸਾਈਟੋਪਲਾਜ਼ਮ ਇਜ਼ ਗ੍ਰੇ. ਸੋ ਮੋਨੋਸਾਈਟ ਜਿਹੜਾ ਹੈਗਾ ਸਾਰੇ ਸੈਲਸ ਦਾ ਲਿਊਕੋਸਾਈਟਸ ਵਿੱਚੋਂ WBC ਸੈਲਸ ਵਿੱਚ ਸਭ ਤੋਂ ਵੱਡਾ ਸਾਈਜ਼ ਇਹਦਾ ਹੈ. ਤਾਂ ਇਟਸ ਇਜ਼ ਦਾ ਲਾਰਜੈਸਟ ਸੈਲ. ਇਹਦਾ ਨਿਊਕਲੀਅਸ ਜਿਹੜਾ ਅੰਡਾਕਾਰ ਨਜ਼ਰ ਆਉਂਦਾ ਜਾਂ ਫਿਰ ਬੀਨ ਸ਼ੇਪ ਰਾਜਮਾਂਹ ਦੇ ਦਾਣੇ ਵਰਗਾ ਜਾਂ ਫਿਰ ਕਿਡਨੀ ਸ਼ੇਪ ਜਾਂ ਹੌਰਸ਼ੂ ਸ਼ੇਪ ਨਜ਼ਰ ਆਏਗਾ. ਸਾਈਜ਼ ਦਾ 12 ਤੋਂ 16 ਡਾਇਮੀਟਰ ਹੈ ਅਤੇ ਜਿਹੜਾ ਸਾਈਟੋਪਲਾਜ਼ਮ ਆ ਉਹ ਗ੍ਰੇ ਨਜ਼ਰ ਆਉਂਦਾ. ਸੋ ਹੈਮੈਟੋਪੋਇਟਿਕ ਸਟੈਮ ਸੈਲਸ ਤੋਂ ਕਾਮਨ ਮਾਈਲੋਇਡ ਸਟੈਮ ਸੈਲ ਬਣਦਾ. ਉਸ ਤੋਂ ਬਾਅਦ ਮਾਈਲੋਬਲਾਸਟ ਬਣ ਗਿਆ. ਮਾਈਲੋਬਲਾਸਟ ਤੋਂ ਮੋਨੋਬਲਾਸਟ, ਮੋਨੋਬਲਾਸਟ ਤੋਂ ਪ੍ਰੋਮੋਨੋਬਲਾਸਟ, ਉਸ ਤੋਂ ਬਾਅਦ ਮੋਨੋਸਾਈਟ ਬਣ ਜਾਏਗਾ. ਜਦੋਂ ਇਹ ਮੋਨੋਸਾਈਟ ਬਲੱਡ ਤੋਂ
ਟਿਸ਼ੂ 'ਚ ਐਂਟਰ ਕਰਦੇ ਆ, ਦੈਨ ਮੋਨੋਸਾਈਟ ਗੋਟ ਕਨਵਰਟਡ ਟੂ ਮੈਕਰੋਫੈਜਿਸ ਐਂਡ ਡੈਂਡਰਟਿਕ ਸੈਲਸ, ਜਿਨ੍ਹਾਂ ਦਾ ਮੇਨ ਕੰਮ ਕੀ ਹੈਗਾ, ਇਮਿਊਨਿਟੀ ਪ੍ਰੋਵਾਈਡ ਕਰਨਾ ਬਾਈ ਈਟਿੰਗ ਦਾ ਫੋਰਨ ਮਾਈਕਰੋ ਆਰਗਨਿਜ਼ਮ, ਜਿਹਨੂੰ ਆਪਾਂ ਫੈਗੋਸਾਈਟੋਸਿਸ ਕਹਿੰਦੇ ਆ। ਸੋ ਇਹ ਸਟੈਮ ਸੈਲਸ ਪਲੂਰੀਪੋਟੈਂਟ ਜਾਂ ਹੈਮਾਟੋਪੈਟਿਕ ਸਟੈਮ ਸੈਲ ਤੋਂ ਲੈ ਕੇ ਮੋਨੋਸਾਈਟਸ ਤੱਕ ਜਿਹੜੇ ਫਾਰਮੇਸ਼ਨ ਆ ਬੋਨ ਮੈਰੋ 'ਚ ਹੁੰਦੀ ਹੈ, ਅਤੇ ਫਿਰ ਉਸ ਤੋਂ ਬਾਅਦ ਬੋਨ ਮੈਰੋ ਤੋਂ ਬਾਅਦ ਉਹ ਮੈਚਿਓਰ ਹੋਣ ਤੋਂ ਬਾਅਦ ਬਲੱਡ ਸਰਕੂਲੇਸ਼ਨ 'ਚ ਆ ਜਾਂਦੇ ਆ, ਅਤੇ ਬਲੱਡ ਸਰਕੂਲੇਸ਼ਨ ਤੋਂ ਬਾਅਦ ਇਹ ਟਿਸ਼ੂ 'ਚ ਐਂਟਰ ਕਰਕੇ ਮੈਕਰੋਫੈਜਿਸ ਅਤੇ ਡੈਂਡਰੋਟਿਕ ਸੈਲ ਦੇ ਵਿੱਚ ਕਨਵਰਟ ਹੋ ਜਾਂਦੇ ਆ। ਸੋ ਇਸ ਡਾਇਗਰਾਮ ਤੋਂ ਸਾਨੂੰ ਕਲੀਅਰ ਹੋ ਜਾਏਗਾ ਬਲੱਡ ਫਾਰਮੇਸ਼ਨ ਇਨ ਰੈਡ ਬੋਨ ਮੈਰੋ। ਸੋ ਬੋਨ ਦੇ ਵਿੱਚ ਕੀ ਆ, ਰੈਡ ਬੋਨ ਮੈਰੋ ਪ੍ਰੈਜੈਂਟ ਹੈ, ਉਸ ਜਿਹਦੇ ਵਿੱਚ ਕੀ ਆ ਪਲੂਰੀਪੋਟੈਂਟ ਜਾਂ ਮਲਟੀਪੋਟੈਂਟ ਹੈਮੈਟੋਪੈਟਿਕ ਸਟੈਮ ਸੈਲਸ ਪ੍ਰੈਜੈਂਟ ਹੈ। ਉਹ ਫਰਦਰ ਡਿਵਾਈਡ ਹੁੰਦਾ ਮਾਈਲੋਇਡ ਅਤੇ ਲਿੰਫਾਇਡ ਸੀਰੀਜ਼ ਦੇ ਵਿੱਚ। ਸੋ ਲਿੰਫਾਇਡ ਸੀਰੀਜ਼ ਦੇ ਵਿੱਚ ਸਾਡੇ ਕੋਲ ਮਾਈਲੋਇਡ ਸੀਰੀਜ਼ ਦੇ ਵਿੱਚ ਸਾਡੇ ਕੋਲ ਮਾਈਲੋਇਡ ਸਟੈਮ ਸੈੱਲ ਹੈ, ਉਹ ਫਰਦਰ ਡਿਫਰੈਂਸ਼ੀਏਟ ਹੋ ਜਾਂਦਾ ਐਰਥਰੋਬਲਾਸਟ, ਮੈਗਾਕੈਰੀਓਬਲਾਸਟ, ਮਾਈਲੋਬਲਾਸਟ ਅਤੇ ਮੋਨੋਬਲਾਸਟ, ਅਤੇ ਸਾਡੇ ਕੋਲ ਫਾਈਨਲ ਪ੍ਰੋਡਕਟ ਇਥਰੋਸਾਈਟ, ਥ੍ਰੋਮਬੋਸਾਈਟ ਅਤੇ ਗ੍ਰੈਨੂਲੋਸਾਈਟ ਅਤੇ ਮੋਨੋਸਾਈਟ ਪ੍ਰੋਡਿਊਸ ਹੁੰਦੇ ਆ। ਸੋ ਇਟ ਮੀਨਸ ਲਿੰਫੋਸਾਈਟਸ ਨੂੰ ਛੱਡ ਕੇ ਸਾਰੇ ਤਰ੍ਹਾਂ ਦੇ ਸੈੱਲ ਜਿਹੜੇ ਹੈਗੇ ਆ ਉਹ ਮਾਈਲੋਇਡ ਸਟੈਮ ਸੈਲਸ ਜਾਂ ਮਾਈਲੋਇਡ ਸਟੈਮ ਸੈਲ ਸੀਰੀਜ਼ ਤੋਂ ਡਿਵੈਲਪ ਹੁੰਦੇ ਆ। ਅਤੇ ਲਿੰਫੋਇਡ ਸੀਰੀਜ਼ ਦੇ ਵਿੱਚ ਕੀ ਸਾਡੇ ਕੋਲ ਲਿੰਫੋਬਲਾਸਟ ਆਉਂਦੇ ਆ, ਜਿਹਨਾਂ ਨੂੰ ਆਪਾਂ ਗ੍ਰੈਨੂਲੋਸਾਈਟਸ ਕਹਿੰਦੇ ਆ। ਓਵਰਆਲ ਦੋਨੇ ਹੀ ਪਿਕਚਰਸ ਨੂੰ ਕੰਬਾਈਨ ਕਰਕੇ ਦੇਖੀਏ ਤਾਂ ਜਿਹੜੀ ਬੋਨ ਮੈਰੋ ਹੈ ਉਹ ਲੌਂਗ ਐਕਸੀਅਲ ਸਕੈਲਟਨ ਬੋਨਸ ਦੇ ਵਿੱਚ ਪ੍ਰੈਜੈਂਟ ਹੈ, ਸਪੌਂਜੀ ਮਟੀਰੀਅਲ ਹੈ, ਰੈਡ ਮਟੀਰੀਅਲ। ਉਸ ਦੇ ਵਿੱਚ ਕੀ ਹੈ, ਹੈਮੈਟੋਪੋਇਟਿਕ ਸਟੈਮ ਸੈਲ ਪ੍ਰੈਜੈਂਟ ਹੈ, ਜਿਹੜਾ ਫਰਦਰ ਡਿਵਾਈਡ ਹੋ ਜਾਂਦਾ ਸੈਕੰਡਰੀ ਸਟੈਮ ਸੈਲ 'ਚ, ਜਿਹਨੂੰ ਆਪਾਂ ਲਿੰਫੋਇਡ ਸਟੈਮ ਸੈਲ ਜਾਂ ਮਾਈਲੋਇਡ ਸਟੈਮ ਸੈਲ ਕਹਿ ਦਿੰਦੇ ਹਾਂ। ਮਾਈਲੋਇਡ ਸਟੈਮ ਸੈਲ ਹੈ ਫਰਦਰ ਡਿਫਰੈਂਸ਼ੀਏਟ ਹੋ ਜਾਂਦਾ ਐਰਥਰੋਸਾਈਟ, ਪਲੇਟਲੈਟਸ, ਮੋਨੋਸਾਈਟ, ਨਿਊਟ੍ਰੋਫਿਲ, ਈਓਜ਼ੀਨੋਫਿਲ ਅਤੇ ਬੇਸੋਫਿਲਸ ਦੇ ਵਿੱਚ। ਅਤੇ ਲਿੰਫੋਇਡ ਸੀਰੀਜ਼ ਤੋਂ ਸਿਰਫ ਸਾਨੂੰ ਇੱਕੋ ਤਰ੍ਹਾਂ ਦਾ ਸੈੱਲ ਮਿਲਦਾ, ਦੈਟ ਇਜ਼ ਦਾ ਲਿੰਫੋਸਾਈਟ ਸੈਲਸ। ਸੋ ਇਹ ਓਵਰਆਲ ਪਿਕਚਰ ਹੈ। ਸੋ ਇਟਸ ਦਾ ਓਵਰਆਲ ਪਿਕਚਰ ਜਾਂ ਫਲੋ ਚਾਰਟ ਡਾਇਗਰਾਮ ਜਿਹੜਾ ਹੈਮੈਟੋਪੋਇਸਿਸ ਨੂੰ ਦਿਖਾ ਰਿਹਾ, ਬਟ ਵੀ ਆਰ ਫੋਕਸਿੰਗ ਓਨਲੀ ਔਨ WBC ਸਿੰਥੇਸਿਸ। ਸੋ ਸਾਡੇ ਕੋਲ ਮਾਈਲੋਇਡ ਸੀਰੀਜ਼ ਤੋਂ ਤਿੰਨ ਤਰ੍ਹਾਂ ਦੇ ਸੈਲਸ ਜਿਹਨੂੰ ਆਪਾਂ ਗ੍ਰੈਨੂਲੋਸਾਈਟਸ ਕਹਿੰਦੇ ਆ, ਬੇਸੋਫਿਲ, ਨਿਊਟ੍ਰੋਫਿਲਸ ਅਤੇ ਈਓਜ਼ੀਨੋਫਿਲਸ ਬਣਦੇ ਆ। ਮਾਈਲੋਬਲਾਸਟ ਫਰਦਰ ਡਿਫਰੈਂਸ਼ੀਏਟ ਹੋ ਜਾਂਦਾ, ਅਤੇ ਇੱਕ 'ਚੋਂ ਮਾਈਲੋਬਲਾਸਟ ਜਿਹੜੀ ਬ੍ਰਾਂਚ ਨਿਕਲਦੀ ਆ, ਉਹ ਲੀਨੀਏਜ ਨਿਕਲਦੀ ਆ, ਉਹ ਮੋਨੋਬਲਾਸਟ, ਪ੍ਰੋਮੋਨੋਬਲਾਸਟ ਵਿੱਚ ਫਰਦਰ ਗਿਵ ਅਸ ਮੋਨੋਸਾਈਟ, ਅਤੇ ਟਿਸ਼ੂ 'ਚ ਐਂਟਰ ਕਰਕੇ ਮੈਕਰੋਫੈਜ ਅਤੇ ਡੈਂਡਰੇਟਿਕ ਸੈਲਸ ਬਣ ਜਾਂਦੇ ਆ। ਅਤੇ ਜਿਹੜੀ ਹੈਮੈਟੋਪੈਟਿਕ ਸਟੈਮ ਸੈਲ ਤੋਂ ਦੂਜੀ ਸੀਰੀਜ਼ ਚੱਲਦੀ ਹੈ ਲਿੰਫੋਇਡ ਸੀਰੀਜ਼, ਉਸ ਤੋਂ ਸਾਨੂੰ ਕੀ ਲਿੰਫੋਸਾਈਟ ਮਿਲਦਾ। ਸੋ lymphoid stem cell got converted to lymphoblast, lymphoblast got converted to pro-lymphocyte, lymphocytes ਤੋਂ ਸਾਨੂੰ ਬਿਗ ਸੈਲਸ ਜਾਂ ਸਮਾਲ ਲਿੰਫੋਸਾਈਟਸ ਬਣਦੇ ਆ, ਜਿਹਨੂੰ ਆਪਾਂ ਪਲਾਜ਼ਮਾ ਸੈਲਸ ਵੀ ਕਹਿੰਦੇ ਹਾਂ ਜਦੋਂ ਉਹ ਟਿਸ਼ੂ 'ਚ ਐਂਟਰ ਕਰਦੇ ਆ। ਸੋ ਇਹ ਓਵਰਆਲ ਪਿਕਟੋਰਲ ਫਲੋ ਚਾਰਟ ਡਾਇਗਰਾਮ ਆ, ਜਿਸ ਤੋਂ ਸਾਨੂੰ ਲਿਊਕੋਸਾਈਟਸ ਬਾਰੇ ਪਤਾ ਲੱਗਦਾ। ਸੋ ਇੱਕ ਸਟੇਜ ਤੋਂ ਦੂਸਰੀ ਸਟੇਜ ਤੱਕ ਜਾਣ ਵਾਸਤੇ ਸਾਨੂੰ ਕੋਈ ਨਾ ਕੋਈ ਡਿਵੈਲਪਿੰਗ ਫੈਕਟਰ ਜਾਂ ਗਰੋਥ ਫੈਕਟਰਸ ਦੀ ਲੋੜ ਪੈਂਦੀ ਹੈ। ਸੋ ਕਿਹੜੇ ਫੈਕਟਰਸ ਦੀ ਲੋੜ ਪੈ ਰਹੀ ਹੈ, ਇਸ ਡਾਇਗਰਾਮ ਤੋਂ ਕਲੀਅਰ ਹੈ। ਸੋ ਇੰਟਰਲਿਊਕਿਨਸ, CSF ਕਲੋਨੀ ਸਟਿਮੂਲੇਟਿੰਗ ਫੈਕਟਰਸ, ਇਹਨਾਂ ਦੀ ਲੋੜ ਪੈ ਰਹੀ ਆ। ਉਸ ਦੇ ਨਾਲ ਨਾਲ ਹੀ ਡਿਫਰੈਂਟ ਇੰਟਰਲਿਊਕਿਨਸ, ਕਲੋਨੀ ਸਟਿਮੂਲੇਟਿੰਗ ਫੈਕਟਰ, ਸਟੈਮ ਸੈਲ ਫੈਕਟਰਸ, ਇਹਨਾਂ ਦੇ ਇਨਫਲੂਐਂਸ ਦੇ ਅੰਡਰ ਡਿਫਰੈਂਟ ਗ੍ਰੈਨੂਲੋਸਾਈਟਸ ਅਤੇ ਮਾਈਲੋਇਡ ਲਿੰਫਾਇਡ ਸੀਰੀਜ਼ ਦੇ ਨਾਲ ਸਾਨੂੰ ਬੇਸੋਫਿਲ, ਨਿਊਟ੍ਰੋਫਿਲ, ਈਓਜ਼ੀਨੋਫਿਲ, ਮੋਨੋਸਾਈਟਸ ਅਤੇ ਲਿੰਫੋਸਾਈਟਸ ਸਾਡੀ ਬਾਡੀ ਦੇ ਵਿੱਚ ਕੀ ਪ੍ਰੋਡਿਊਸ ਹੁੰਦੇ ਆ। ਸੋ ਇਸ ਦੇ ਨਾਲ ਹੀ ਸਾਡਾ ਲਿਕੋਪੋਇਸਿਸ ਕਵਰ ਹੋ ਜਾਂਦਾ। ਇਸ ਲੈਕਚਰ 'ਚ ਅਸੀਂ ਪੜ੍ਹਿਆ ਕਿ ਕਿਸ ਤਰ੍ਹਾਂ ਗ੍ਰੈਨੂਲੋਸਾਈਟ ਸੀਰੀਜ਼, ਲਿੰਫੋਸਾਈਟ ਸੀਰੀਜ਼ ਅਤੇ ਮੋਨੋਸਾਈਟ ਸੀਰੀਜ਼ ਦੇ ਸੈੱਲ ਪ੍ਰੋਡਿਊਸ ਹੁੰਦੇ ਆ। ਸੋ please do subscribe my channel and press the bell icon or bell button, and also like, comment and share. Thank you, and thank you for watching. Thanks.